जी आए ਨੂੰ प्यारे विद्यार्थियों 7th क्लास ਦੀ मैथ ਦੀ बुक ਦਾ चैप्टर नंबर 4 सिंपल इक्वेशंस उसकी एक्सरसाइज 4.1 ਦੇ ਲਾਸਟ टू क्वेश्चन नंबर 5 ਐਂਡ क्वेश्चन नंबर 6 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ। ਬਾਅਦ ਚੋਂ ਰਿਵਾਈਜ਼ ਕਰਕੇ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਤੇ ਇਹਦੇ ਵਿੱਚ ਬੱਚੇ ਬੜੇ ਧਿਆਨ ਦੇ ਨਾਲ ਸੁਣਨਾ, ਮੈਂ ਜੋ ਐਕਸਪਲੇਨੇਸ਼ਨ ਕਰਾਂਗਾ, ਜੋ ਸਮਝਾਵਾਂਗਾ ਉਹਨੂੰ ਬੜੇ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ ਤਾਂ ਕਿ ਸਵਾਲ ਕਿਵੇਂ ਕਰਨੇ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਸੋ ਆਓ ਸ਼ੁਰੂ ਕਰੀਏ। ਸੋ ਕੁਐਸਚਨ ਨੰਬਰ 5 ਦੇ 5 ਪਾਰਟ ਹੈਗੇ ਨੇ। ਕਹਿੰਦੇ ਰਾਈਟ ਦੀ ਫੋਲੋਇੰਗ ਇਕੁਏਸ਼ਨਸ ਇਨ ਸਟੇਟਮੈਂਟ ਫਾਰਮ। ਪਹਿਲੇ ਅਸੀਂ ਕੀਤਾ ਸੀਗਾ ਕਿ ਜਿੱਦਾਂ ਸਟੇਟਮੈਂਟ ਨੂੰ ਇਕੁਏਸ਼ਨ ਵਿੱਚ ਪਾਣਾ ਤੇ ਉਹਨਾਂ ਇਕੁਏਸ਼ਨ ਨੂੰ ਸਟੇਟਮੈਂਟ ਦੇ ਵਿੱਚ, ਠੀਕ ਹੈ। ਸੋ ਦੇਖੀਏ ਪਾर्ट 1 है x - 2 = 6। ਹੁਣ ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੁੰਦਾ ਹੈ? ਮੈਂ ਤੁਹਾਨੂੰ ਦੱਸਿਆ ਸੀ ਇਜ਼ ਇਕੁਅਲ ਟੂ ਤੁਸੀਂ ਇਜ਼ ਲਿਖ ਸਕਦੇ ਹੋ ਜਾਂ ਗਿਵਸ ਲਿਖ ਸਕਦੇ ਹੋ ਤੇ ਅੱਗੇ ਉਹ ਲਿਖ ਸਕਦੇ ਹੋ ਗਿਵਸ 6 ਜਾਂ ਇਜ਼ 6 ਤੇ 2 ਇਹ ਚੋਂ ਘਟਾਇਆ ਜਾ ਰਿਹਾ ਹੈ। ਹੁਣ x ਕੀ ਹੈ ਸਾਨੂੰ ਨਹੀਂ ਪਤਾ, ਆ ਨੰਬਰ ਕੋਈ ਨੰਬਰ ਹੈ। ਸੋ 2 ਸਬਟ੍ਰੈਕਟਡ ਫਰਮ ਅ ਨੰਬਰ ਗਿਵਸ 6। 2 ਸਬਟ੍ਰੈਕਟਡ ਫਰਮ ਅ ਨੰਬਰ ਗਿਵਸ 6। ਕਿੰਨਾ ਸੌਖਾ ਹੈ। ਸੋ ਇੱਧਰ ਦੇਖੋ ਹੁਣ ਹੈ ਜਿੱਦਾਂ इज इक्वल टू की जगह ਅਸੀਂ ਲਿਖ ਸਕਦੇ ਹਾਂ इज लिख सकते हैं या गिव्स लिख सकते हैं, फिर अगे 10 लिख सकते हैं। देखो मैं लिखा इज 10, गिव्स 10 भी लिख सकते हो। फिर 2 देखो घटाया गया, इट मीन्स 2 इज सबट्रैक्टेड, सो 2 सबट्रैक्टेड आ गया फ्रॉम, सबट्रैक्शन फ्रॉम होती है। तो आ नंबर है y, आ नंबर है पर है कि है 3 ਨਾਲ गुणा भी हो रहा, सो 3 टाइम्स हो गया, इट मीन्स 3 टाइम्स a नंबर। सो 2 subtracted from 3 times a number is 10. 2 subtracted from 3 times a number is 10। कितना सौखा है ना। ये देखो आ गया हूँ इज इक्वल टू इज या गिव्स ते अगे लिख दो 6, सौखा है। फिर है 6 मतलब कि बटा 6 है, सो 1/6 हो गया। 1/6 कहदा हो गया आ नंबर x, आ नंबर y, आ नंबर सानू पता नहीं केड़ा नंबर है, वो लिटरल नंबर है, ठीक है ना, आ नंबर। सो 1/6 ऑफ अ नंबर 1/6 है, देखो x बटा 6 अर्थात 1/6 ऑफ अ नंबर इज 6। 1/6 ऑफ अ नंबर इज 6। और अगले 2 पार्ट और करिए। ਹੁਣ आ गया पार्ट 4 7x - 15 = 34। ਹੁਣ ਇੱਥੇ इज इक्वल टू की जगह इज लिख दो या गिव्स लिख दो, फिर गिव्स 34 या इज 34, सो गिव्स 34 लिख देता गिव्स 34। 15 सबट्रैक्ट होया, 15 सबट्रैक्टेड फ्रॉम के तो आ नंबर, पर नंबर कला नहीं है 7 टाइम्स द नंबर। सो 15 सबट्रैक्टेड फ्रॉम 7 टाइम्स द नंबर गिव्स 34। सो 15 सबट्रैक्टेड फ्रॉम 7 टाइम्स द नंबर गिव्स 34। ਹੁਣ आखिरी पार्ट करिए। देखो 1/x/2 है अर्थात 1/2 ऑफ अ नंबर ते 2 ऐड करता है, सो 2 added to 1/2 a number is या is equal to या gives 8, ठीक है। सो 2 added to 1/2 है, सो 1/2 of a number, सो 2 added to 1/2 of a number gives 8। इस तरह बच्चों इक्वेशन तो स्टेटमेंट बनानी है। ਹੁਣ ਤੁਸੀਂ ਇਹਦਾ ਉਲਟਾ ਕਰਕੇ ਵੀ ਇਹਦਾ ਅਭਿਆਸ ਕਰੋ। ਤੁਸੀਂ ਇਹ ਜਿਹੜੇ ਮੈਂ ਜਵਾਬ ਦਿੱਤੇ ਨੇ ਇਹਨਾਂ ਨੂੰ ਕੁਐਸਚਨ ਬਣਾ ਲਓ ਤੇ ਤੁਹਾਡੇ ਇਹ ਜਿਹੜੇ ਸਵਾਲ ਨੇ ਇਹ ਆਨਸਰ ਬਣ ਜਾਣਗੇ। ਮਤਲਬ ਕਿ ਸਵਾਲ ਨੂੰ ਉਲਟਾ ਕਰ ਦਿਓ। ਜਿਹੜੇ ਮੈਂ ਤੁਹਾਡੇ ਆਨਸਰਸ ਲਿਖੇ ਨੇ ਇਹਨਾਂ ਨੂੰ ਸਮਝ ਲਓ ਕਿ ਇਹ ਸਵਾਲ ਨੇ। ਜਿੱਦਾਂ ਮੰਨ ਲਓ ਇਹ ਸਵਾਲ ਹੈ 2 added to 1/2 of a number gives 8, ਇਹਦੀ ਇਕੁਏਸ਼ਨ ਬਣਾਓ ਤੇ ਇਹਦੀ ਇਕੁਏਸ਼ਨ ਫਿਰ ਤੁਹਾਡੀ ਇਹ ਬਣੇਗੀ। ਇਸ ਤਰ੍ਹਾਂ ਕਰਕੇ ਦੋਨੋਂ ਪਾਸੇ ਤੁਸੀਂ ਇਹਦੀ ਪ੍ਰੈਕਟਿਸ ਕਰੋ। ਉਹਦੇ ਨਾਲ ਤੁਹਾਨੂੰ ਇਕੁਏਸ਼ਨ ਤੋਂ ਸਟੇਟਮੈਂਟ ਕਿੱਦਾਂ ਬਣਾਉਣੀ ਹੈ ਤੇ ਸਟੇਟਮੈਂਟ ਤੋਂ ਇਕੁਏਸ਼ਨ ਕਿੱਦਾਂ ਬਣਾਉਣੀ ਹੈ ਇਹਦੀ ਪ੍ਰੈਕਟਿਸ ਦੋਹਰੀ ਹੋ ਜਾਏਗੀ, ਡਬਲ ਹੋ ਜਾਏਗੀ, ਠੀਕ ਹੈ। ਹੁਣ आ गया क्वेश्चन नंबर 6। ਇਹਦੇ 4 ਪਾर्ट ਨੇ। ਰਾਈਟ ਐਨ ਇਕੁਏਸ਼ਨ ਫॉर ਦੀ ਫੋਲੋਇੰਗ ਸਟੇਟਮੈਂਟਸ। ਇਹ ਬੜਾ ਇੰਪੋਰਟੈਂਟ ਹੈ ਬੱਚਿਓ, ਇਦਾਂ ਦੇ ਸਵਾਲ ਤੁਹਾਡੀ ਅਗਲੀ ਕਲਾਸਾਂ ਵਿੱਚ ਜਾ ਕੇ ਆਉਣਗੇ। ਸੋ ਦੇਖੋ ਕਹਿੰਦੇ ਰਾਜੂਜ਼ ਫਾਦਰਸ ਏਜ, ਰਾਜੂ ਦੇ ਪਿਤਾ ਦੀ ਉਮਰ ਹੈ ਨਾ, ਏ ਅਪੋਸਟ੍ਰੋਫੀ ਐਸ, ਰਾਜੂਜ਼ ਫਾਦਰ, ਰਾਜੂ ਦੇ ਪਿਤਾ, ਫਿਰ ਅਪੋਸਟ੍ਰੋਫੀ ਦੀ ਉਮਰ, ਰਾਜੂ ਦੇ ਪਿਤਾ ਦੀ ਉਮਰ ਇਜ਼ 4 years more than 5 times ਰਾਜੂਜ਼ ਏਜ। ਰਾਜੂ ਦੀ ਉਮਰ ਦੇ 5 ਗੁਣਾ ਤੋਂ ਵੀ 4 ਸਾਲ ਜ਼ਿਆਦਾ ਹੈ। ਰਾਜੂਜ਼ ਫਾਦਰਸ ਇਜ਼ 54 years old ਤੇ ਰਾਜੂ ਦੇ ਪਿਤਾ ਜੀ 54 ਸਾਲ ਦੇ ਉਮਰ ਦੇ ਹੈਗੇ ਨੇ ਤੇ ਇਹਦੀ ਸਟੇਟਮੈਂਟ ਬਣਾਓ। ਹੁਣ ਦੇਖੋ ਰਾਜੂ ਦੇ ਪਿਤਾ ਦੀ ਉਮਰ ਤੇ ਦਿੱਤੀ ਹੈ ਪਰ ਰਾਜੂ ਦੀ ਉਮਰ ਨਹੀਂ ਦਿੱਤੀ।
है ना। ये दो चीज़ां होणगियां, एक दित्ती होएगी एक नहीं दित्ती होएगी। सो असीं मान लिया लेट राजूज एज इज इक्वल टू एक्स। मान लो एक्स हैगी, सानू नहीं पता, एक्स मैंने कुछ भी हो सकता है, 1 2 3 4 5 6 7 8 9 10 कुछ भी। सो लेट राजूज एज इज इक्वल टू एक्स। फिर की कहते, ਇਹ देखो 5 टाइम्स राजूज एज। सो 5 टाइम्स राजूज एज का मतलब 5x हो गया। मैं स्टैप बाय स्टैप दस रहा बच्चों, तुहानू बड़े ध्यान नाल सुनो। ये चो लभना असी, देखो राजूज एज पहले x हो गई, फिर ये 5 टाइम्स आया राजूज एज, तो 5x हो गया। फिर कहते राजूज फादर्स एज इज मतलब बराबर 4 ईयर्स मोर, जमा 4 ऐड करता 4 ईयर्स मोर दैन 5 टाइम्स राजूज एज, भी ये तो भी 4 साल ज़्यादा है, अर्थात 5x जमा 4। राजूज फादर्स एज इज इक्वल टू 5x जमा 4, तो राजूज फादर्स एज कहते बराबर है 54, ਇਹ ਦਿੱਤਾ ਹੋਇਆ। ਇਹਦਾ ਮਤਲਬ this is equal to this, thus the equation is 5x जमा 4 is equal to 54। इस तरह बच्चों स्टैप बाय स्टैप करना है, ਇਹ ਬੜਾ ਇੰਪੋਰਟੈਂਟ ਹੈ। ਹੋ ਸਕਦਾ ਪਹਿਲੀ ਵਾਰ ਕੋਈ ਤੰਗੀ ਪਰੇਸ਼ਾਨੀ ਆਵੇ, ਇਸ ਕਰਕੇ ਬੱਚਿਓ ਇਹ ਸਵਾਲਾਂ ਨੂੰ ਵੀ ਤੁਸੀਂ ਅਲੱਗ-ਅਲੱਗ ਮੌਕੇ ਤੇ 4-5 ਵਾਰ 6 ਵਾਰ ਕਰਨਾ ਹੈ, ਫਿਰ ਦਿਮਾਗ ਵਿੱਚ ਚੰਗੀ ਤਰ੍ਹਾਂ ਬੈਠੇਗਾ। ਆਓ ਸੈਕਿੰਡ ਪਾਰਟ ਕਰੀਏ। ਕਹਿੰਦੇ ਅ ਟੀਚਰ ਟੈਲਸ ਦੈਟ, ਅਧਿਆਪਕ ਕਹਿੰਦਾ ਹੈ the highest marks obtained by a student, ਜਿਹੜੇ ਵਿਦਿਆਰਥੀ ਨੇ ਸਭ ਤੋਂ ਵੱਧ ਨੰਬਰ ਹਾਸਲ ਕੀਤੇ ਨੇ in his class, ਉਹਦੀ ਜਮਾਤ ਵਿੱਚ, is twice the lowest marks plus 10, ਉਹ ਸਭ ਤੋਂ ਘੱਟ ਜਿਹੜੇ ਨੰਬਰ ਆਏ ਨੇ ਉਹਨਾਂ ਦੇ ਦੁੱਗਣੇ ਤੇ ਜਮਾ 6 ਕਰਕੇ ਹੈਗੇ ਨੇ। ਠੀਕ ਹੈ, ਤੇ ਫਿਰ ਕਹਿੰਦੇ ਦੀ ਹਾਈਐਸਟ ਸਕੋਰ ਇਜ਼ 86। ਹੁਣ ਹਾਈਐਸਟ ਸਕੋਰ ਦਿੱਤਾ ਹੋਇਆ ਤੇ ਲੋਐਸਟ ਸਕੋਰ ਨਹੀਂ ਦਿੱਤਾ ਹੋਇਆ, ਸੋ ਕਹਿੰਦੇ ਇਹਨਾਂ ਨੇ ਕਹਿ ਵੀ ਦਿੱਤਾ ਟੇਕ ਦੀ ਲੋਐਸਟ ਸਕੋਰ ਐਜ਼ x। ਜੇ ਨਾ ਵੀ ਕਿਹਾ ਹੁੰਦਾ ਫਿਰ ਅਸੀਂ ਮੰਨ ਲੈਣਾ ਸੀਗਾ ਲੈਟ ਦੀ ਲੋਐਸਟ ਮਾਰਕਸ ਇਜ਼ ਇਕੁਅਲ ਟੂ x। ਮਾਰਕਸ ਦੀ ਜਗ੍ਹਾ ਸਕੋਰ ਵੀ ਲਿਖ ਸਕਦੇ ਹੋ, ਇੱਕ ਹੀ ਗੱਲ ਹੈ। ਲੈਟ ਦੀ ਲੋਐਸਟ ਸਕੋਰ ਇਜ਼ ਇਕੁਅਲ ਟੂ x, ਲੈਟ ਦੀ ਲੋਐਸਟ ਮਾਰਕਸ ਇਜ਼ ਇਕੁਅਲ ਟੂ x। ਹੁਣ ਦੇਖੋ ਕੀ ਲਿਖਿਆ, ਟਵਾਈਸ ਦੀ ਲੋਐਸਟ ਮਾਰਕਸ। ਸੋ ਟਵਾਈਸ ਦੀ ਲੋਐਸਟ ਮਾਰਕਸ ਦਾ ਕੀ ਹੋਣਾ, ਟਵਾਈਸ ਦਾ ਹੋਣਾ ਦੁੱਗਣਾ, ਸੋ 2x ਹੋ ਗਿਆ। ਫਿਰ ਕਹਿੰਦੇ ਹਾਈਐਸਟ ਮਾਰਕਸ ਇਜ਼ ਇਕੁਅਲ ਟੂ 6 ਮਾਰਕਸ ਪਲਸ ਟਵਾਈਸ ਦੀ ਲੋਐਸਟ ਮਾਰਕਸ। ਸੋ ਟਵਾਈਸ ਦੀ ਲੋਐਸਟ ਮਾਰਕਸ 2x ਤੇ 6 ਮਾਰਕਸ ਪਲਸ ਜਮਾ 6 ਕਰ ਦਿੱਤੇ, ਤੇ ਹਾਈਐਸਟ ਮਾਰਕਸ ਇਜ਼ ਇਕੁਅਲ ਟੂ 86 ਦਿੱਤਾ ਹੋਇਆ। ਸੋ ਇਹਦਾ ਮਤਲਬ ਕਿ ਇਹ ਵੀ ਹਾਈਐਸਟ ਮਾਰਕਸ ਹੈਗਾ ਤੇ ਇਹ ਵੀ ਹਾਈਐਸਟ ਮਾਰਕਸ ਹੈਗਾ, ਇਹ ਦੋਨੋਂ ਬਰਾਬਰ ਹੋ ਗਏ। thus the equation is 2x plus 6 is equal to 86। ठीक है, आओ थर्ड पार्ट करिए। बड़ा इंटरेस्टिंग है, ਇਹਨਾਂ ਨੇ ਜਿਓਮੈਟਰੀ ਕੰਬਾਈਨ ਕਰ ਦਿੱਤੀ ਹੈ, ਜਿਓਮੈਟਰੀ ਨੂੰ ਕੰਬਾਈਨ ਕਰਤਾ ਹੈ। ਤੁਹਾਨੂੰ ਮੈਂ ਅੱਗੇ ਡਾਇਗਰਾਮ ਨਾਲ ਵੀ ਸਮਝਾਵਾਂਗਾ ਇਹ ਬੜਾ। ਸੋ ਪਾਰਟ 3 ਕਹਿੰਦੇ ਇਨ ਐਨ ਆਈਸੋਸਲੀਸ ਟ੍ਰਾਇੰਗਲ। ਆਈਸੋਸਲੀਸ ਟ੍ਰਾਇੰਗਲ ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ। ਆਈਸੋਸਲੀਸ ਟ੍ਰਾਇੰਗਲ ਜਿਹੜਾ ਹੁੰਦਾ ਹੈ ਸਮਦੋਭੁਜੀ त्रिभुज, ਜਿਹਦੀਆਂ ਜਿਸ ਟ੍ਰਾਇੰਗਲ ਦੀ ਦੋ ਸਾਈਡਸ, ਕੋਈ ਵੀ ਦੋ ਸਾਈਡਸ ਇੱਕੋ ਲੰਬਾਈ ਦੀਆਂ ਹੋਣ, ਬਰਾਬਰ ਹੋਣ, ਉਹਨੂੰ ਕਹਿੰਦੇ ਆ ਆਪਾਂ ਆਈਸੋਸੀਲਸ ਟ੍ਰਾਇੰਗਲ। ਤੇ ਆਈਸੋਸੀਲਸ ਟ੍ਰਾਇੰਗਲ ਦੇ ਵਿੱਚ ਦੋ ਬੇਸ ਜਿਹੜੇ ਕੋਣ ਨੇ, ਐਂਗਲ ਨੇ, ਉਹ ਬਰਾਬਰ ਹੁੰਦੇ ਨੇ। ठीक है, so in an isosceles triangle the vertex angle is twice either base angle। either base मैंने कोई भी base angle, क्योंकि दोनों है बराबर होंगे ने। let the base angle be x degrees मान लो। remember that the sum of the angles of a triangle is 180 degree। ਹੁਣ ਇੱਥੇ ਇਹਨਾਂ ਨੇ ਦੱਸਿਆ ਨਹੀਂ ਹੋਇਆ ਪਰ ਸਾਨੂੰ ਚੇਤਾ ਰੱਖਣਾ ਪਏਗਾ, ਇਹਨਾਂ ਨੇ ਹਿੰਟ ਦਿੱਤੀ ਹੈ ਕਿ ਕਿਸੇ ਵੀ ਟ੍ਰਾਇੰਗਲ ਦੇ ਵਿੱਚ ਤਿੰਨ ਐਂਗਲ ਹੁੰਦੇ ਨੇ ਤੇ ਤਿੰਨ ਐਂਗਲ ਦਾ ਜੋੜ ਜੋ ਸਮ ਹੈ ਹਮੇਸ਼ਾ 180 ਡਿਗਰੀ ਹੁੰਦਾ ਹੈ, ਇਹ ਯਾਦ ਰੱਖਣਾ ਹੈ। So let the base angle is equal to x degrees, twice the base angle कितना हो गया 2x degrees। So vertex angle is equal to twice the base angle, twice the base angle is 2x is equal to 2x degree, vertex angle is equal to 2x degree ਤੇ base angle x degree ਤੇ ਦੋ base angle ਹੁੰਦੇ ਨੇ। The sum of the angles of a triangle is to 180 degree। So this implies एक base angle x, दूसरा base angle x plus vertex angle is equal to 180 degree because sum of the three angles of a triangle is 180 degree। देखो ठीक है ना, एक ट्रायंगल में तीन एंगल होंगे ने। सो एक बेस एंगल x, दूजा बेस एंगल x, तीजा वर्टेक्स एंगल 2x is equal to 180 degree। सो 1 2 plus 2 एक x, दूजा x 2x, जमा 2x 4x। thus the equation is 4x is equal to 180 degrees। ਇਹ ਬਣ ਗਈ ਇਕੁਏਸ਼ਨ ਤੇ ਇਹ ਬੱਚੋ ਡਾਇਗਰਾਮ ਜਿਹਦੇ ਨਾਲ ਤੁਹਾਨੂੰ ਸਮਝ ਆ ਜਾਏਗਾ। ਇਹ ਹੈਗਾ ਆਈਸੋਸੀਲਸ ਟ੍ਰਾਇੰਗਲ। ਇਹਦੇ ਵਿੱਚ ਇਹ ਵਾਲੀ ਸਾਈਡ ਜਿਹੜੀ ਇਹ ਸਾਈਡ ਹੈ, ਇਹ ਵਾਲੀ ਸਾਈਡ ਇਹ ਇਹਦੇ ਬਰਾਬਰ ਹੈ ਤੇ ਇਹ ਹੈਗਾ ਵਰਟੈਕਸ ਐਂਗਲ, ਇਹ ਹੈਗਾ ਬੇਸ ਐਂਗਲ। ਦੇਖੋ ਇਹ ਵੀ ਇੱਕ ਬੇਸ ਐਂਗਲ ਹੈ, ਇਹ ਵੀ ਇੱਕ ਬੇਸ ਐਂਗਲ ਹੈ। ਸੋ ਇਨ ਆਈਸੋਸੀਲਸ ਟ੍ਰਾਇੰਗਲ, ਇਨ ਐਨ ਆਈਸੋਸੀਲਸ ਟ੍ਰਾਇੰਗਲ ਦੀ ਟੂ ਬੇਸ ਐਂਗਲਸ ਆਰ ਇਕੁਅਲ। ਇਹ ਸਾਈਡ ਵੀ ਬਰਾਬਰ ਹੁੰਦੀ ਹੈ, ਇਹ ਸਾਈਡ ਇਹਦੇ ਬਰਾਬਰ ਹੈ ਤੇ ਇਹ ਜਿਹੜੇ ਕੋਣ ਬਣ ਰਹੇ ਨੇ ਇਹ ਬੇਸ ਹੋ ਗਿਆ। ਜਿਹੜੀਆਂ ਦੋ ਬਰਾਬਰ ਦੀ ਸਾਈਡਾਂ ਦੇ ਵਿੱਚ ਕੋਣ ਬਣਦਾ ਹੈ ਉਹਨੂੰ ਕਹਿੰਦੇ ਆ ਵਰਟੈਕਸ ਐਂਗਲ, ਸ਼ਿਖਰ ਕੋਣ।
ठीक है। ਤੇ ਜਿਹੜਾ ਕੋਣ ਜਿਹੜਾ ਵਰਟੈਕਸ ਦੇ ਜਿਹੜੀ ਵਰਟੈਕਸ ਐਂਗਲ ਦੇ ਆਪੋਜ਼ਿਟ ਸਾਈਡ ਹੁੰਦੀ ਉਹਨੂੰ ਕਹਿੰਦੇ ਬੇਸ, ਤੇ ਬੇਸ ਦੇ ਨਾਲ ਜਿਹੜੇ ਕੋਣ ਬਣਦੇ ਨੇ ਉਹਨੂੰ ਕਿਹਾ ਜਾਂਦਾ ਬੇਸ ਐਂਗਲ। ਸੋ ਆਈਸੋਸਲੀਸ ਟ੍ਰਾਇੰਗਲ ਵਿੱਚ ਬੇਸ ਐਂਗਲਸ ਆਰ ਇਕੁਅਲ, ਦਿਸ ਐਂਗਲ ਇਜ਼ ਇਕੁਅਲ ਟੂ ਦਿਸ ਐਂਗਲ। ਸੋ ਤਿੰਨ ਐਂਗਲ ਨੇ, ਇਹ ਤਿੰਨਾਂ ਦਾ ਜੋੜ 180 ਡਿਗਰੀ ਹੈ। ਸੋ x ਜਮਾ 2x ਇਜ਼ ਇਕੁਅਲ ਟੂ 180 ਡਿਗਰੀ। ਠੀਕ ਹੈ ਬੱਚਿਓ, ਇਹ ਗੱਲ ਇਹ ਡਾਇਗਰਾਮ ਡਰਾ ਕਰ ਲਓ, ਪ੍ਰੈਕਟਿਸ ਕਰ ਲਓ, ਜੋ ਮੈਂ ਬੋਲ ਰਿਹਾ ਉਹਨੂੰ ਧਿਆਨ ਨਾਲ ਸੁਣੋ। ਇਹ ਆਈਸੋਸਲੀਸ ਟ੍ਰਾਇੰਗਲ ਹੈ। ਆਈਸੋਸਲੀਸ ਟ੍ਰਾਇੰਗਲ ਵਿੱਚ ਕੋਈ ਵੀ ਦੋ ਭੁਜਾਵਾਂ ਜਿਹੜੀਆਂ ਉਹ ਬਰਾਬਰ ਹੁੰਦੀਆਂ ਨੇ, ਤੇ ਦੋ ਭੁਜਾਵਾਂ ਜਿਹੜੀਆਂ ਤੀਜੀ ਭੁਜਾ ਦੇ ਨਾਲ ਕੋਣ ਬਣਾਉਂਦੀਆਂ ਨੇ ਉਹਨੂੰ ਕਿਹਾ ਜਾਂਦਾ ਬੇਸ ਐਂਗਲ, ਤੇ ਜਿਹੜੀਆਂ ਦੋ ਬਰਾਬਰ ਦੀ ਭੁਜਾਵਾਂ ਦੇ ਵਿੱਚ ਕੋਣ ਬਣਦਾ ਹੈ ਉਹਨੂੰ ਕਿਹਾ ਜਾਂਦਾ ਵਰਟੈਕਸ ਐਂਗਲ। ਤੇ ਵਰਟੈਕਸ ਐਂਗਲ ਦੇ ਉੱਪਰ ਦੀ ਜਿਹੜੀ ਆਪੋਜ਼ਿਟ ਸਾਈਡ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਬੇਸ, ਤੇ ਬੇਸ ਦੇ ਉੱਤੇ ਜਿਹੜੇ ਕੋਣ ਬਣਦੇ ਨੇ ਉਹਨੂੰ ਕਿਹਾ ਜਾਂਦਾ ਬੇਸ ਐਂਗਲ। ਤੇ ਆਈਸੋਸਲੀਸ ਟ੍ਰਾਇੰਗਲ ਵਿੱਚ ਬੇਸ ਐਂਗਲ ਹਮੇਸ਼ਾ ਆਪਸ ਵਿੱਚ ਬਰਾਬਰ ਹੁੰਦੇ ਨੇ। ਠੀਕ ਹੈ, ਉਹਨਾਂ ਨੇ ਕਹਿਣਾ ਈਦਰ ਬੇਸ ਐਂਗਲ, ਜਿਹੜਾ ਮਰਜੀ ਬੇਸ ਐਂਗਲ ਲੈ ਲਓ, ਇਹਦਾ ਲੈ ਲਓ ਤਾਂ ਵੀ x ਦਾ ਟਵਾਈਸ ਹੋ ਗਿਆ 2x, ਇਹ ਵਾਲਾ ਬੇਸ ਐਂਗਲ ਲੈ ਲਓ ਤੇ x ਦਾ ਟਵਾਈਸ ਹੋ ਗਿਆ 2x। ਠੀਕ ਹੈ, ਅੱਗੇ ਚਲੀਏ। क्वेश्चन नंबर 6 पार्ट 4, आखिरी पार्ट आ गया। आ शॉपकीपर, एक हट्टी वाला, दुकान वाला, सेल्स बेचता है मैंगोज अंब इन 2 टाइप्स ऑफ बॉक्सेस। एक हट्टी वाला दो किस्म के डब्बियां दे विच अंब बेचता है, वन स्मॉल एंड वन लार्ज। एक डब्बा छोटा है, एक डब्बा बड़ा है। द लार्ज बॉक्स कंटेन्स एज मैनी एज 8 बॉक्सेस प्लस 4 लूज मैंगोज। अर्थात जिहड़ा वड्डा डब्बा है ਉਹਦੇ ਵਿੱਚ 8 ਛੋਟੇ ਡੱਬੇ ਆ ਜਾਂਦੇ ਹਨ ਤੇ ਨਾਲ 4 ਖੁੱਲੇ ਅੰਬ ਵੀ ਆ ਜਾਂਦੇ ਨੇ। ਮਤਲਬ ਕਿ ਇਹਦਾ ਮਤਲਬ ਇਹ ਵੇ ਕਿ ਉਹ ਡੱਬਿਆਂ ਵਿੱਚ ਤੇ ਜਿੰਨੇ ਅੰਬ ਆ ਗਏ ਤੇ ਵੱਡੇ ਡੱਬੇ ਵਿੱਚ ਜਿਹੜੀ ਖਾਲੀ ਥਾਂ ਬਚ ਜਾਂਦੀ ਏ ਉਹ 'ਚ 4 ਖੁੱਲੇ ਅੰਬ ਵੀ ਆ ਜਾਂਦੇ ਨੇ। 8 ਛੋਟੇ ਡੱਬੇ ਆ ਜਾਂਦੇ ਨੇ ਤੇ 4 ਖੁੱਲੇ ਅੰਬ ਆ ਜਾਂਦੇ ਨੇ। ਦੀ ਨੰਬਰ ਆਫ ਮੈਂਗੋਜ਼ ਇਨ ਅ ਲਾਰਜ ਬਾਕਸ ਇਜ਼ ਗਿਵਨ ਟੂ ਬੀ 100। ਤੇ ਕਹਿੰਦੇ ਇੱਕ ਵੱਡੇ ਡੱਬੇ ਵਿੱਚ ਇਸ ਤਰ੍ਹਾਂ ਕੁੱਲ ਜਿਹੜੇ ਅੰਬ ਨੇ ਉਹ 100 ਬਣ ਜਾਂਦੇ ਨੇ। ਇਹਦਾ ਕਿ ਸਾਨੂੰ 4 ਦਾ ਤੇ ਪਤਾ ਹੈ ਤੇ 8 ਡੱਬਿਆਂ ਦਾ ਪਤਾ ਹੈ, ਪਰ ਇੱਕ ਛੋਟੇ ਡੱਬੇ ਵਿੱਚ ਕਿੰਨੇ ਅੰਬ ਨੇ ਉਹ ਨਹੀਂ ਸਾਨੂੰ ਪਤਾ। ਵੱਡੇ ਡੱਬੇ ਵਿੱਚ ਪਤਾ ਹੈ the number of mangoes in a large box is 100, but how many mangoes in a small box we do not know that। ਤੇ ਇਸ ਕਰਕੇ ਅਸੀਂ ਉਹਨੂੰ ਮੰਨਾਂਗੇ x। let mangoes in a small box is equal to x। ਤੇ mangoes in 8 small boxes ਕਿੰਨੇ ਹੋ ਗਏ 8x। ਅਗਰ ਇੱਕ ਡੱਬੇ 'ਚ x ਅੰਬ ਨੇ ਤੇ 8 ਡੱਬਿਆਂ 'ਚ ਕਿੰਨੇ ਹੋਣਗੇ 8x। ਤੇ ਹੁਣ ਵੱਡੇ ਡੱਬੇ ਵਿੱਚ ਕਿੰਨੇ ਡੱਬੇ ਨੇ 8 ਡੱਬੇ। ਸੋ ਮੈਂਗੋਜ਼ ਇਨ ਅ ਲਾਰਜ ਬਾਕਸ ਇਜ਼ ਇਕੁਅਲ ਟੂ 4 ਲੂਜ਼ ਮੈਂਗੋਜ਼ ਪਲੱਸ 8 ਸਮਾਲ ਬਾਕਸਿਸ। ਸੋ 8 ਸਮਾਲ ਬਾਕਸਿਸ ਹੈਗੇ ਨੇ 8x ਅੰਬ ਤੇ ਜਮਾ 4 ਲੂਜ਼ ਅੰਬ, ਤੇ ਮੈਂਗੋਜ਼ ਇਨ ਅ ਲਾਰਜ ਬਾਕਸ ਇਜ਼ ਇਕੁਅਲ ਟੂ 100 ਦਿੱਤਾ ਹੋਇਆ ਹੈ ਕਿ ਇਹ ਜਿਹੜਾ 8x ਜਮਾ 4 ਹੈ 100 ਦੇ ਬਰਾਬਰ ਹੋ ਗਿਆ। ਦਸ ਦੀ ਇਕੁਏਸ਼ਨ ਇਜ਼ 8x ਪਲੱਸ 4 is equal to 100। ਤੇ ਬੱਚਿਓ ਜੇ ਤੁਸੀਂ ਇਹਨੂੰ ਪਤਾ ਲਗਾਉਣਾ ਹੋਵੇ ਕਿ x ਦੀ ਵੈਲਿਊ ਕਿੰਨੀ ਹੋਏਗੀ ਤੇ ਮੈਂ ਤੁਹਾਨੂੰ ਇੱਧਰ ਦੱਸ ਦੇਣਾ x ਦੀ ਵੈਲਿਊ ਹੈਗੀ 12, 12 8 96, 96 ਜਮਾ 4 100। ਇਹ ਆਨਸਰ ਆਏਗਾ। ਜੇ ਮੰਨ ਲਓ ਬਾਈ ਚਾਂਸ ਸੋਲਵ ਕਰਨਾ ਹੋਵੇ ਨਾ ਇਸ ਇਕੁਏਸ਼ਨ ਨੂੰ ਸੋਲਵ ਕਰਨਾ ਹੋਵੇ ਹਿੱਟ ਐਂਡ ਟਰਾਇਲ, ਤੇ ਮੈਂ ਪਹਾੜਾ ਗਿਣਾਗਾ 1 ਤੇ 8 × 8 8 19 16, ਮੈਂ 10 ਤੱਕ ਵੀ ਗਿਣਾ ਤੇ 8 10 ਦਾ 80, 80 plus 4 84 ਨਹੀਂ ਬਣਦੀ ਗੱਲ। ਫਿਰ ਮੈਂ x ਨੂੰ ਲਵਾਂ 11, 11 8 ਦਾ 88, 88 plus 4 92 ਤਾਂ ਵੀ ਨਹੀਂ ਗੱਲ ਬਣਦੀ। ਫਿਰ ਮੈਂ x ਨੂੰ ਲੈਣਾ 12, 12 8 ਦਾ 96, 96 plus 4 is equal to 100। ਇਦਾਂ ਇਹ ਸਵਾਲ ਕਰੀਦੇ ਨੇ। ਠੀਕ ਹੈ ਬੱਚਿਓ। ਸੋ ਇਹਦਾ ਮਤਲਬ ਕਿ ਜੇ ਬਾਈ ਚਾਂਸ ਇਦਾਂ ਸਵਾਲ ਆ ਜਾਏ ਕਿ ਫਾਈਂਡ ਦੀ ਵੈਲਿਊ ਆਫ x ਬਾਈ ਹਿੱਟ ਐਂਡ ਟਰਾਇਲ ਮੈਥਡ, ਤਾਂ x ਦੀ ਵੈਲਿਊ ਆਏਗੀ ਇੱਥੇ 12। ਠੀਕ ਹੈ, ਇਹਦਾ ਮਤਲਬ ਕਿ ਛੋਟੇ ਡੱਬੇ ਵਿੱਚ 12 ਅੰਬ ਆਉਂਦੇ ਨੇ। ਠੀਕ ਹੈ, ਤੇ 8 ਡੱਬੇ ਆ ਗਏ। ਸੋ 12 8 96, ਡੱਬੇ ਵਿੱਚ 96 ਅੰਬ ਆ ਗਏ ਤੇ ਜਮਾ 4 ਹੋਰ ਜੋੜ ਦਿੱਤੇ ਤੇ 96 ਜਮਾ 4 100 ਅੰਬ ਬਣ ਗਏ ਵੱਡੇ ਡੱਬੇ ਦੇ ਵਿੱਚ। ਸੋ ਬੱਚੇ ਬੜੀਆਂ ਰੋਚਕ ਚੈਪਟਰ ਹੈਗਾ। ਇਸ ਤਰ੍ਹਾਂ ਦੇ ਬੜੇ ਸਵਾਲ ਜਿਹੜੇ ਨੇ ਤੁਹਾਡੀ 8ਵੀਂ ਕਲਾਸ ਵਿੱਚ ਬਹੁਤ ਸਾਰੇ ਆਉਣਗੇ, ਤੇ ਜਿਹੜੇ ਬੱਚੇ 7ਵੀਂ ਕਲਾਸ ਵਿੱਚ ਇਹਨੂੰ 7th ਕਲਾਸ ਵਿੱਚ ਇਹਨੂੰ ਦਾਣਾ ਨਹੀਂ ਸਮਝਣਗੇ, ਪੜ੍ਹਨਗੇ ਨਹੀਂ, ਉਹਨਾਂ ਨੂੰ ਫਿਰ 8th ਕਲਾਸ ਵਿੱਚ ਜਾ ਕੇ ਬੜੀ ਮੁਸ਼ਕਿਲ ਆਏਗੀ। ਇਸ ਕਰਕੇ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਤੁਸੀਂ ਸਵਾਲਾਂ ਨੂੰ ਦੁਬਾਰਾ ਕਰਨਾ ਹੈ। ਸੋ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਤੁਸੀਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ ਲਗਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।